Gurbani Vichar is sponsored by Sikh Heritage Education. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਬੀਰ ਕੌਰ ਓਹਾਇਓ ਤੋਂ ਪ੍ਰੈਜ਼ੀਡੈਂਟ ਅਮਰੀਕਨ ਸਿੱਖ ਕਾਉਂਸਲ ਆਪ ਜੀ ਦੀ ਸੇਵਾ ਵਿੱਚ ਪ੍ਰੋਗਰਾਮ ਗੁਰਬਾਣੀ ਵਿਚਾਰ ਲੈ ਕੇ ਹਾਜ਼ਰ ਹਾਂ। ਇਹ ਪ੍ਰੋਗਰਾਮ ਅਸੀਂ ਆਪਣੇ ਸਾਰੇ ਸਿੱਖ ਜਗਤ ਦੇ ਮੈਂਬਰਸ ਲਈ ਜੋ ਕਿ ਦੇਸ਼ ਵਿਦੇਸ਼ ਪੰਜਾਬ ਦੇਸ਼ ਔਰ ਹੋਰ ਸਾਰੇ ਸੰਸਾਰ ਦੇ ਇਲਾਕਿਆਂ ਵਿੱਚ ਵਸਦੇ ਹਨ ਉਹਨਾਂ ਲਈ ਲੈ ਕੇ ਆਏ ਹਾਂ ਤਾਂ ਕਿ ਉਹ ਗੁਰਸ਼ਬਦ ਦੀ ਵਿਚਾਰ ਵਿੱਚ ਜੁੜ ਕੇ ਆਪਣਾ ਕਿਰਦਾਰ ਨੁਹਾਰ ਔਰ ਰਫਤਾਰੇ ਜ਼ਿੰਦਗੀ ਨੂੰ ਇੱਕ ਨਵਾਂ ਰੂਪ ਦੇ ਸਕਣ ਜਿਸ ਦੇ ਨਾਲ ਉਹਨਾਂ ਦਾ ਘਰ ਉਹਨਾਂ ਦਾ ਸਮਾਜ ਤੇ ਆਉਣ ਵਾਲਾ ਭਵਿੱਖ ਉਹਨਾਂ ਦੇ ਬੱਚੇ ਗੁਰੂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੰਵਾਰ ਕੇ ਇੱਕ ਬਹੁਤ ਹੀ ਨਰੋਆ ਸਮਾਜ ਸਿਰਜ ਸਕਣਗੇ। ਸੋ ਆਪ ਜੀ ਦੀ ਸੇਵਾ ਵਿੱਚ ਇਹ ਪ੍ਰੋਗਰਾਮ ਜੋ ਹੈ ਉਹ ਅਸੀਂ ਲਗਾਤਾਰ ਪੇਸ਼ ਕਰਦੇ ਰਹਾਂਗੇ। ਮੈਂ ਬਾਈ ਪ੍ਰੋਫੈਸ਼ਨ ਇੰਗਲਿਸ਼ ਟੀਚਰ ਹਾਂ ਪਰ ਮੇਰਾ ਪਹਿਲਾ ਪਿਆਰ ਗੁਰਮੁਖੀ ਗੁਰਬਾਣੀ ਤੇ ਗੁਰੂ ਪੰਥ ਹੈ, ਗੁਰੂ ਗ੍ਰੰਥ ਹੈ। ਆਪ ਜੀ ਸਾਰਿਆਂ ਨੂੰ ਇਹ ਸਭ ਪਤਾ ਹੀ ਹੈ ਆਲਰੇਡੀ ਕਿ ਗੁਰੂ ਗ੍ਰੰਥ ਸਾਹਿਬ ਜੋ ਸਾਡੇ ਸਿਰਮੌਰ ਸਾਡੀ ਰੂਹ ਦੇ ਸਾਡੇ ਜੀਵਨ ਦੇ ਮਾਲਿਕ ਹਨ ਜੋ ਸਾਨੂੰ ਇੱਕ ਤਰਜ਼ੇ ਜ਼ਿੰਦਗੀ ਹਾਸਿਲ ਕਰਨ ਦੀ ਜਾਚ ਸਿਖਾਉਂਦੇ ਹਨ ਉਹ ਸਾਨੂੰ ਭਗਤ ਬਣਾਉਂਦੇ ਹਨ ਤਾਂ ਕਿ ਅਸੀਂ ਇੱਕ ਓਂਕਾਰ ਦੇ ਨਾਲ ਜੁੜ ਕੇ ਇੱਕ ਓਂਕਾਰ ਦਾ ਹੀ ਰੂਪ ਹੋ ਜਾਈਏ ਕਿਉਂਕਿ ਬੱਚੇ ਹਮੇਸ਼ਾ ਹੀ ਆਪਣੇ ਮਾਤਾ ਪਿਤਾ ਦਾ ਰੂਪ ਹੁੰਦੇ ਹਨ। ਅਸੀਂ ਸਾਰੇ ਇੱਕ ਓਂਕਾਰ ਦੇ ਬੱਚੇ ਹਾਂ ਉਸ ਦਾ ਅੰਸ਼ ਹਾਂ ਕਿਉਂਕਿ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਸ ਉਪਦੇਸ਼ ਦੇ ਮੁਤਾਬਕ ਅਸੀਂ ਸਾਰੇ ਇੱਕ ਓਂਕਾਰ ਤੋਂ ਆਏ ਹਾਂ। ਇੱਕ ਓਂਕਾਰ ਬਣ ਕੇ ਹੀ ਅਸੀਂ ਰਹਿਣਾ ਹੈ, ਇੱਕ ਓਂਕਾਰ ਵਿੱਚ ਹੀ ਜਜ਼ਬ ਹੋਣਾ ਹੈ ਤਾਂ ਕਿ ਸਾਰਾ ਸੰਸਾਰ ਹੱਸਦਾ ਵਸਦਾ ਰਸਦਾ ਰਹੇ। ਸੋ ਆਪ ਜੀ ਦੀ ਸੇਵਾ ਵਿੱਚ ਇਹ ਜੋ ਪ੍ਰੋਗਰਾਮ ਹੈ ਇਹ ਇਹਨਾਂ ਹੀ ਵਿਸ਼ਿਆਂ ਨੂੰ ਇਹਨਾਂ ਮੁੱਦਿਆਂ ਨੂੰ ਇਹਨਾਂ ਹੀ ਗੋਲਸ ਨੂੰ ਲੈ ਕੇ ਉਹ ਉਲੀਕਿਆ ਗਿਆ ਹੈ। ਇੱਕ ਚੀਜ਼ ਮੈਂ ਹੋਰ ਸ਼ੁਰੂ 'ਚ ਆਪ ਜੀ ਨੂੰ ਦੱਸ ਦੇਵਾਂ ਕਿ ਬਾਈ ਪ੍ਰੋਫੈਸ਼ਨ ਮੈਂ ਇੰਗਲਿਸ਼ ਟੀਚਰ ਹਾਂ। ਬੱਚਿਆਂ ਨੂੰ ਜਾਂ ਵੱਡਿਆਂ ਨੂੰ ਜੋ ਇਸ ਮੁਲਕ ਵਿੱਚ ਜਾਂ ਯੂਰਪ ਵਿੱਚ ਜਾਂ ਹੋਰਨਾਂ ਮੁਲਕਾਂ 'ਚ ਵੱਡੇ ਹੋਏ ਹਨ ਜਿਨ੍ਹਾਂ ਨੂੰ ਗੁਰਮੁਖੀ ਨਹੀਂ ਆਉਂਦੀ, ਪੰਜਾਬੀ ਨਹੀਂ ਆਉਂਦੀ ਔਰ ਉਹ ਇੰਗਲਿਸ਼ ਵਿੱਚ ਸਮਝਣਾ ਚਾਹੁੰਦੇ ਹਨ ਉਹਨਾਂ ਲਈ ਅਸੀਂ ਇੰਗਲਿਸ਼ ਦਾ ਵੀ ਇੰਤਜ਼ਾਮ ਕੀਤਾ ਹੈ। ਉਹ ਸਾਨੂੰ ਮੇਲ ਕਰ ਸਕਦੇ ਹਨ, ਮੈਸੇजेस ਕਰ ਸਕਦੇ ਹਨ ਜਾਂ ਉਹਨਾਂ ਦਾ ਕੋਈ ਵੀ ਸਵਾਲ ਹੋਏ ਉਹਨੂੰ ਅਸੀਂ ਜਵਾਬ ਦੇਣ ਦੇ ਜੋ ਹੈ ਉਹ ਸਾਡਾ ਫਰਜ਼ ਹੈ। ਸੋ ਮੈਂ ਆਪ ਜੀ ਨੂੰ ਪਰ ਦਿਲੋਂ ਮੈਂ ਇਹ ਬੇਨਤੀ ਕਰਾਂਗੀ ਕਿ ਇੰਗਲਿਸ਼ ਵਿੱਚ ਤੁਸੀਂ ਟਰਾਂਸਲੇਸ਼ਨ ਹੀ ਸਿੱਖ ਸਕਦੇ ਹੋ ਪਰ ਅਸਲ ਜੋ ਗੁਰਾਂ ਦਾ ਮੈਸੇਜ ਹੈ ਜੋ ਕਿ ਉਹਨਾਂ ਨੇ ਗੁਰਬਾਣੀ ਦੇ ਵਿੱਚ ਗੁਰਮੁਖੀ 'ਚ ਅੰਕਿਤ ਕੀਤਾ ਹੈ ਉਹ ਤੁਹਾਨੂੰ ਗੁਰਮੁਖੀ ਆਪ ਪੜ੍ਹਨੀ ਚਾਹੀਦੀ ਹੈ, ਪੰਜਾਬੀ ਆਪ ਪੜ੍ਹਨੀ ਚਾਹੀਦੀ ਹੈ ਤਾਂ ਕਿ ਤੁਸੀਂ ਗੁਰਾਂ ਦੇ ਉਪਦੇਸ਼ ਦੇ ਨਾਲ ਆਪ ਜੁੜ ਸਕੋ ਜੋ ਕਿ ਬਿਲਕੁਲ ਰੀਅਲ ਹੈ, ਓਰੀਜਨਲ ਹੈ, ਅਸਲੀ ਹੈ ਕਿਉਂਕਿ ਅਸਲ ਦੇ ਵਿੱਚ ਹੀ ਸਭ ਸੱਚ ਔਰ ਸਭ ਰਸ ਹੁੰਦਾ ਹੈ। ਆਪ ਜੀ ਨੇ ਇੰਨੀਆਂ ਪੜ੍ਹਾਈਆਂ ਕਰਨ 'ਤੇ ਵੀ ਅਗਰ ਪੰਜਾਬੀ ਨਹੀਂ ਸਿੱਖੀ ਤੇ ਫਿਰ ਤੁਸੀਂ ਗੁਰਾਂ ਦੇ ਪਿਆਰ ਤੋਂ ਗੁਰਾਂ ਦੇ ਉਸ ਆਨੰਦ ਤੋਂ ਔਰ ਉਸ ਰਸ ਤੋਂ ਵਾਂਝੇ ਰਹੋਗੇ। ਸੋ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਸੁਣਨ ਵਾਲੇ ਸਰੋਤੇ ਹਨ ਉਹ ਜ਼ਰੂਰ ਹੀ ਆਪਣੀ ਜ਼ਿੰਦਗੀ ਦੇ ਵਿੱਚ ਗੁਰਮੁਖੀ ਸਿੱਖ ਕੇ ਗੁਰਬਾਣੀ ਸਿੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਹਿਜ ਪਾਠ ਆਪ ਕਰਨ, ਰਸ ਮਾਨਣ ਤੇ ਸਮਝਣ। ਸੋ ਅਸੀਂ ਸਾਰਿਆਂ ਨੇ ਇਹ ਜੋ ਗੁਰਬਾਣੀ ਵਿਚਾਰ ਹੈ ਇਹ ਕਰਨਾ ਹੀ ਕਿਉਂ ਹੈ? ਕਰਨਾ ਇਸ ਲਈ ਹੈ ਕਿ ਅਸੀਂ ਸਮਝਣਾ ਹੈ ਕਿ ਸਾਡੀ ਜ਼ਿੰਦਗੀ ਦਾ ਮਕਸਦ ਸਿਰਫ ਖਾਣਾ ਪੀਣਾ ਹੱਸਣਾ ਨਹੀਂ ਹੈ। ਅਸੀਂ ਇੱਥੇ ਥੋੜ੍ਹੇ ਟਾਈਮ ਲਈ ਆਏ ਹਾਂ ਤੇ ਕੁਝ ਖਾਸ ਕਰਨ ਆਏ ਹਾਂ ਕਿਉਂਕਿ ਮਨੁੱਖਾ ਜੀਵਨ ਨੂੰ ਸਾਹਿਬ ਜੀ ਕਹਿੰਦੇ ਨੇ ਸਰਬ ਜੋਨ ਮੇ ਤੇਰੀ ਸਿਕਦਾਰੀ ਸਰਬ ਜੋਨ ਤੇਰੀ ਪਾਣੀ ਹਾਰੀ ਸਭ ਜੂਨੀਆਂ ਤੋਂ ਉੱਤੇ ਸਭ ਸਪੀਸ਼ੀਜ਼ ਤੋਂ ਉੱਤੇ ਮਨੁੱਖਾ ਜੀਵਨ ਹੈ ਕਿਉਂਕਿ ਮਨੁੱਖਾ ਜੀਵਨ ਦੇ ਵਿੱਚ ਚੇਤਨਾ ਬਹੁਤ ਪ੍ਰਬਲ ਹੈ। ਆਤਮਾ ਜੋ ਹੈ ਉਹ ਜਾਗਦਾ ਹੈ। ਮਨ ਨੂੰ ਅਸੀਂ ਸੋਧਣਾ ਹੈ ਤਾਂ ਕਿ ਆਤਮਾ ਸਾਡਾ ਚਮਕ ਸਕੇ। ਸੋ ਅਸੀਂ ਇਹ ਕੋਸ਼ਿਸ਼ਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹੀ ਰਹਾਂਗੇ ਕਿ ਹਮੇਸ਼ਾ ਹੀ ਸਾਡੇ ਜੋ ਮਨ ਦੇ ਸਵਾਲ ਹਨ ਜੋ ਸਾਡੇ ਅੰਦਰ ਦੁੱਖ ਦਰਦ ਹਨ ਜੋ ਸਾਡੇ ਅੰਦਰ ਪੀੜਾਂ ਹਨ ਉਹ ਘੱਟ ਹੋ ਜਾਣ ਤੇ ਅਸੀਂ ਗੁਰੂ ਦੀ ਮੱਤ ਲੈ ਕੇ ਆਪਣੀ ਮੱਤ ਨੂੰ ਛੱਡਦੇ ਜਾਈਏ ਜਿਹੜੀ ਕਿ ਜ਼ਿਆਦਾ ਵਾਰੀ ਉਹਦੇ ਵਿੱਚ ਬੜਾ ਰਲਾ ਹੁੰਦਾ ਹੈ
ਰਲਾ ਕਿਸ ਚੀਜ਼ ਦਾ ਹੁੰਦਾ ਹੈ? ਵਿਕਾਰਾਂ ਦਾ। ਉਹਨਾਂ ਵਿਕਾਰਾਂ ਨੂੰ ਅਸੀਂ ਛੱਡਦੇ ਜਾਈਏ। ਸੋ ਸਭ ਤੋਂ ਪਹਿਲਾਂ ਜੋ ਪਹਿਲੀ ਕੜੀ ਇਸ ਪ੍ਰੋਗਰਾਮ ਦੀ ਆਪ ਜੀ ਹੁਣ ਸਰਵਣ ਕਰ ਰਹੇ ਹੋ, ਉਹ ਇੱਕ ਓਂਕਾਰ ਤੋਂ ਅਸੀਂ ਸ਼ੁਰੂ ਕਰਨਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵੀ ਇੱਕ ਓਂਕਾਰ ਤੋਂ ਹੀ ਆਰੰਭ ਹੁੰਦੇ ਹਨ। ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੰਨੀ ਵੀ ਟਰਮੀਨੋਲੋਜੀ ਜਾਂ ਸ਼ਬਦਾਵਲੀ ਅਸੀਂ ਕਹੀਏ, ਜਾਂ ਜਿੰਨੇ ਵੀ ਉਹਨਾਂ ਨੇ ਅੱਖਰ ਆਪਣੇ ਸਿੱਖਾਂ ਨੂੰ ਦਿੱਤੇ ਹਨ, ਇਹ ਉਹਨਾਂ ਦੇ ਬਿਲਕੁਲ ਆਪਣੇ ਨਿੱਜੀ ਹਨ। ਕਿਉਂਕਿ ਸਾਹਿਬ ਜੀ ਨੇ ਬੜੇ ਐਲਾਨੀਆਂ ਇਹ ਕਿਹਾ ਹੈ ਕਿ ਪੰਡਿਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ। ਉਹਨਾਂ ਨੇ ਇਹ ਵੀ ਕਿਹਾ ਹੈ, ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ। ਭਾਈ ਗੁਰਦਾਸ ਜੀ ਵੀ ਇਸ ਦੀ ਤਸਦੀਕ ਕਰਦੇ ਹਨ ਜਦੋਂ ਉਹ ਕਹਿੰਦੇ ਹਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਆਪ ਜੀ ਨੂੰ ਪਤਾ ਹੀ ਹੋਏਗਾ ਕਿ ਅਸੀਂ ਬਹੁਤੇ ਵਾਰੀ ਪੁਜਾਰੀ ਦੇ ਜਾਂ ਬ੍ਰਾਹਮਣ ਦੇ ਅਸੀਂ ਗੁਲਾਮ ਰਹੇ ਹਾਂ, ਕਿਉਂਕਿ ਉਹ ਪੜ੍ਹਾਈ ਲਿਖਾਈ ਸਿਰਫ ਆਪਣੇ ਹੀ ਹੱਥ ਵਿੱਚ ਰੱਖਦਾ ਸੀ। ਉਹ ਦੂਜਿਆਂ ਨੂੰ ਪੜ੍ਹਨ ਲਿਖਣ ਹੀ ਨਹੀਂ ਸੀ ਦਿੰਦਾ, ਖਾਸ ਕਰ ਆਤਮਿਕ ਗਿਆਨ। ਕਿਉਂਕਿ ਜਦੋਂ ਆਪ ਜੀ ਨੂੰ ਆਤਮਿਕ ਗਿਆਨ ਹੋ ਜਾਂਦਾ ਹੈ, ਫਿਰ ਆਪ ਜੀ ਦੀ ਆਤਮਾ ਤੇ ਮਨ ਬਹੁਤ ਬਲਵਾਨ ਹੋ ਜਾਂਦਾ ਹੈ। ਫਿਰ ਆਪ ਜੀ ਨੂੰ ਕੋਈ ਵੀ ਆਪਣਾ ਗੁਲਾਮ ਜਾਂ ਆਪਣਾ ਸਲੇਵ ਗੋਲਾ ਬਣਾ ਕੇ ਨਹੀਂ ਰੱਖ ਸਕਦਾ। ਪਰ ਸਾਹਿਬ ਜੀ ਨੇ ਐਡੀ ਰਹਿਮਤ ਬਖਸ਼ਿਸ਼ ਕੀਤੀ ਕਿ ਉਹਨਾਂ ਨੇ ਇਹ ਰੱਬੀ ਗਿਆਨ, ਇਹ ਗੁਰਮਤ ਗਿਆਨ, ਉਹਨਾਂ ਨੇ ਇਹ ਜੋ ਰੂਹ ਦਾ ਜੋ ਗਿਆਨ ਹੈ, ਇਹ ਸਾਨੂੰ ਸਾਰਿਆਂ ਨੂੰ ਖੁੱਲ੍ਹਾ ਵੰਡਿਆ ਤੇ ਪ੍ਰਚਾਰਿਆ ਤੇ ਗਾਇਆ। ਤੇ 55 ਸਾਲ ਉਹ ਭਾਈ ਮਰਦਾਨਾ ਜੀ ਦੀ ਰਬਾਬ ਤੇ ਮਿੱਠੀਆਂ ਸੁਰਾਂ ਤੇ ਇਹ ਗੁਰਬਾਣੀ ਗਾਉਂਦੇ ਰਹੇ, ਕਿਉਂਕਿ ਮਨ ਨੂੰ ਸਮਝਾਉਣ ਲਈ ਸਭ ਤੋਂ ਜ਼ਿਆਦਾ ਸੰਗੀਤ ਅਸਰ ਕਰਦਾ ਹੈ। ਗੁਰਮਤ ਸੰਗੀਤ ਵੀ ਗੁਰੂ ਨਾਨਕ ਦਾ ਆਪਣਾ ਹੈ, ਬੋਲੀ ਮਹਾਰਾਜ ਦੀ ਆਪਣੀ ਹੈ। ਆਪ ਜੀ ਹੈਰਾਨ ਹੋ ਗਏ ਕਿ ਮਹਾਰਾਜ ਜੋ ਬਿਲਕੁਲ ਤਾਜ਼ਾ ਰਿਸਰਚ ਦੇ ਮੁਤਾਬਕ 200 ਤੋਂ ਵੀ ਵੱਧ ਬੋਲੀਆਂ ਬੋਲਦੇ ਸਨ, ਪਰ ਉਹਨਾਂ ਨੇ ਗੁਰਮੁਖੀ ਚੁਣੀ, ਕਿਉਂਕਿ ਗੁਰਮੁਖੀ ਹੀ ਪੰਜਾਬ ਦੇ ਵਾਸੀਆਂ ਦੀ ਬੋਲੀ ਸੀ। ਉਦੋਂ ਉਹਦਾ ਨਾਂ ਪੰਜਾਬ ਨਹੀਂ ਸੀ, ਉਦੋਂ ਉਸ ਇਲਾਕੇ ਨੂੰ ਮੱਦਰ ਦੇਸ਼ ਕਹਿੰਦੇ ਸੀ, ਤੇ ਪੰਜਾਬ ਜੋ ਹੈ ਉਹ ਫਿਰ 5 ਨਦੀਆਂ ਤੋਂ ਇਹਦਾ ਨਾਂ ਪੰਜਾਬ ਬਣਿਆ। ਤੇ ਆਪ ਜੀ ਨੂੰ ਇਹ ਸੋਚਣਾ ਪਵੇਗਾ ਕਿ ਮਹਾਰਾਜ ਜੀ ਨੇ ਇੰਨੀਆਂ ਬੋਲੀਆਂ ਬੋਲਦੇ ਹੋਏ, ਕਿਉਂਕਿ ਗੁਰਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਹਾਰਾਜ ਨੇ ਬਹੁਤ ਸਾਰੀਆਂ ਬੋਲੀਆਂ ਦੇ ਅੱਖਰਾਂ ਦਾ ਇਸਤੇਮਾਲ ਕੀਤਾ ਹੈ। ਆਪ ਜੀ ਨੇ ਸੁਣਿਆ ਹੋਵੇਗਾ ਸ਼ਬਦ, ਯਕ ਅਰਜ਼ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਰੀਬ ਕਰੀਮ ਤੂੰ ਬੇਅਬ ਪਰਵਦਗਾਰ। ਇਹ ਅਰਬੀ ਫਾਰਸੀ ਹੈ, ਪਰ ਇਸ ਨੂੰ ਅੰਕਿਤ ਗੁਰਬਾਣੀ 'ਚ ਉਹਨਾਂ ਨੇ ਗੁਰਮੁਖੀ 'ਚ ਕੀਤਾ ਹੈ। ਮਹਾਰਾਜ ਨੇ ਗੁਰਬਾਣੀ ਨੂੰ ਗੁਰਮੁਖੀ 'ਚ ਹੀ ਕਿਉਂ ਅੰਕਿਤ ਕੀਤਾ? ਉਹਨਾਂ ਨੇ ਇੰਨੀ ਦੁਨੀਆ ਦਾ ਸਫ਼ਰ ਪੈਦਲ ਤੈਅ ਕੀਤਾ, ਚੀਨ ਤਿੱਬਤ ਤੋਂ ਲੈ ਕੇ ਉਹ ਯੂਰਪ ਤੱਕ ਗਏ, ਜੋ ਅੱਜ ਤੱਕ ਹੁਣ ਤੱਕ ਰਿਸਰਚ ਆ ਰਹੀ ਹੈ। ਮਹਾਰਾਜ ਨੇ ਫਿਰ ਪੰਜਾਬ ਹੀ ਕਿਉਂ ਚੁਣਿਆ? ਇਹ ਆਪ ਜੀ ਜ਼ਰੂਰ ਸੋਚਣਾ। ਸੋ ਆਓ ਆਪਾਂ ਸ਼ੁਰੂ ਕਰੀਏ ਆਪਣੀ ਪਹਿਲੀ ਕੜੀ ਇਸ ਪ੍ਰੋਗਰਾਮ ਦੀ, ਤਾਂ ਕਿ ਅਸੀਂ ਗੁਰੂ ਦੇ ਸਮੁੰਦਰ ਵਿੱਚ, ਗੁਰੂ ਦੇ ਇਸ ਪਿਆਰੇ ਗੁਰਬਾਣੀ ਦੇ ਸਰੋਵਰ ਵਿੱਚ ਚੁੱਭੀਆਂ ਮਾਰ ਕੇ ਸੁੱਚੇ ਮੋਤੀ ਲੱਭ ਕੇ ਆਪਣੇ ਆਪ ਨੂੰ ਅਮੀਰ ਕਰੀਏ, ਕਿਉਂਕਿ ਮਹਾਰਾਜ ਨੇ ਸਾਨੂੰ ਬਹੁਤ ਵੱਡਾ ਖਜ਼ਾਨਾ ਗੁਰਬਾਣੀ ਦੇ ਰੂਪ ਵਿੱਚ ਦਿੱਤਾ ਹੈ। ਤੇ ਅਸੀਂ ਇੱਕ ਓਂਕਾਰ ਦੇ ਨਾਲ ਜੁੜਨਾ ਹੈ, ਇੱਕ ਓਂਕਾਰ ਦਾ ਰੂਪ ਬਣਨਾ ਹੈ। ਸੋ ਇੱਕ ਓਂਕਾਰ ਵੀ ਮਹਾਰਾਜ ਨੇ ਆਪ ਇਹ ਜੋ ਸਿਧਾਂਤ ਹੈ, ਇਹ ਲਫ਼ਜ਼ ਹੈ ਘੜਿਆ। ਇੱਕ ਓਂਕਾਰ ਦੀ ਬਣਤਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਦੇਖਦੇ ਹਾਂ, ਇਹ ਸਭ ਤੋਂ ਪਹਿਲਾਂ ਦਰਜ ਹੈ। ਇੱਥੋਂ ਤੱਕ ਕਿ ਤਤਕਰੇ ਤੋਂ ਪਹਿਲਾਂ ਵੀ ਇੱਕ ਓਂਕਾਰ ਦਰਜ ਹੈ। ਤਤਕਰਾ ਹੁੰਦਾ ਹੈ ਜਿਹੜੀ ਕਿ ਸ਼ਬਦਾਂ ਦੀ ਤਰਤੀਬ ਜਿਹੜੀ ਦਿੱਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹਨੂੰ ਇੰਗਲਿਸ਼ ਵਿੱਚ ਇੰਡੈਕਸ ਕਹਿੰਦੇ ਹਨ। ਤਤਕਰੇ ਤੋਂ ਪਹਿਲਾਂ ਵੀ ਇੱਕ ਓਂਕਾਰ ਦਰਜ ਹੈ। ਤੇ ਇੱਕ ਓਂਕਾਰ ਨੂੰ ਉਹਨਾਂ ਨੇ ਪਹਿਲਾਂ, ਇੱਕ ਜੋ ਹੈ ਉਹ ਨਿਊਮਰਲ ਹੈ, ਮਤਲਬ ਹਿੰਦਸਾ ਹੈ, ਤੇ ਅੱਗੇ ਜੋ ਊੜਾ ਹੈ ਉਹਦਾ ਕਾਰ ਉੱਤੋਂ ਖੁੱਲੀ ਹੈ। ਇੱਕ ਓਂਕਾਰ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਹਿੰਦਸਾ ਵਰਤਿਆ ਹੈ ਕਿ ਇਸ ਨੂੰ ਕਦੇ ਵੀ ਭੰਨਿਆ ਨਾ ਜਾ ਸਕੇ। ਈੜੀ ਨੂੰ ਸਿਹਾਰੀ ਤੇ ਕੱਕਾ ਵੀ ਉਹ ਲਿਖ ਸਕਦੇ ਸਨ। ਅੱਗੇ ਉਹਨਾਂ ਨੇ ਕਈ ਵਾਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੀ ਹੈ, ਜਿਵੇਂ ਮਹਾਰਾਜ ਲਿਖਦੇ ਨੇ ਏਕਮ ਏਕੰਕਾਰ ਨਿਰਾਲਾ। ਤੇ ਮਹਾਰਾਜ ਨੇ ਲੇਕਿਨ ਇੱਕ ਓਂਕਾਰ ਦੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਇਹ ਹਿੰਦਸਾ ਲਿਖਿਆ ਹੈ। ਇੱਕ ਪੰਜਾਬੀ ਦੇ ਵਿੱਚ ਜਿਹੜੇ ਹਿੰਦਸੇ ਲਿਖੇ ਜਾਂਦੇ ਹਨ, ਉਹਦਾ ਇੱਕ, ਤੇ ਅੱਗੇ ਊੜਾ ਤੇ ਅੱਗੇ ਕਾਰ ਜੋ ਹੈ ਖੁੱਲੀ ਹੈ। ਇਹਦਾ ਮਤਲਬ ਇੱਕ ਤਾਕਤ, ਇੱਕ ਸ਼ਕਤੀ, ਇੱਕ ਨੂਰ ਜੋ ਸਾਨੂੰ ਪੈਦਾ ਕਰਦੀ ਹੈ, ਜੋ ਸਾਡੀ ਪ੍ਰਤੀਪਾਲਣਾ ਜਾਂ ਪਾਲਣਾ ਪੋਸ਼ਣਾ ਕਰਦੀ ਹੈ, ਤੇ ਉਹੀ ਤਾਕਤ ਸਾਨੂੰ ਆਪਣੇ 'ਚ ਜਜ਼ਬ ਕਰ ਲੈਂਦੀ ਹੈ, ਸਾਨੂੰ ਖਤਮ ਕਰ ਦਿੰਦੀ ਹੈ, ਡਿਸਟਰੋਏ ਕਰਦੀ ਹੈ। ਔਰ ਇਹ ਸਾਰਾ ਸਿਲਸਿਲਾ ਪੈਦਾ ਕਰਨ ਦਾ,
ਪਾਲਣ ਦਾ ਤੇ ਮਾਰਨ ਦਾ ਲਗਾਤਾਰ ਚੱਲਦਾ ਰਹਿੰਦਾ ਹੈ। ਜੋ ਉੱਤੇ ਖੁੱਲੇ ਹੋਏ ਊੜੇ ਦੀ ਕਾਰ ਹੈ ਉਹਦਾ ਮਤਲਬ ਹੈ ਉਹ ਪਿਛੇਤਰ ਹੈ। ਸੰਸਕ੍ਰਿਤ ਦਾ ਜਾਂ ਪੰਜਾਬੀ ਦੇ ਵਿੱਚ ਮਹਾਰਾਜ ਨੇ ਜਿਹੜਾ ਉਹਨੂੰ ਵਰਤਿਆ ਹੈ ਉਹਦੇ ਤੋਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਹ ਹਮੇਸ਼ਾ ਹੀ ਕਾਰ ਜੋ ਹੈ ਉਪਜਣ ਦੀ, ਨਿਪਜਣ ਦੀ ਤੇ ਪ੍ਰਤਿਪਾਲਣ ਦੀ ਤੇ ਮਾਰਨ ਦੀ ਇਹ ਚੱਲਦੀ ਹੀ ਰਹਿੰਦੀ ਹੈ। ਗੁਰਬਾਣੀ ਸਾਰਾ ਗੁਰੂ ਗ੍ਰੰਥ ਸਾਹਿਬ ਇਸ ਏਕ ਓਂਕਾਰ ਦੀ ਵਿਆਖਿਆ ਹੈ। ਕਿਵੇਂ ਸਾਨੂੰ ਏਕ ਓਂਕਾਰ ਦਾ ਜਿਹੜਾ ਹੈਗਾ ਪਤਾ ਲੱਗੇ, ਗਿਆਨ ਮਿਲੇ, ਅਸੀਂ ਕਿਵੇਂ ਇਹਦੇ ਨਾਲ ਜੁੜੀਏ, ਕਿਵੇਂ ਅਸੀਂ ਏਕ ਓਂਕਾਰ ਦਾ ਰੂਪ ਬਣੀਏ। ਤੇ ਮਹਾਰਾਜ ਨੇ ਸਭ ਤੋਂ ਪਹਿਲਾਂ ਏਕ ਓਂਕਾਰ ਦਾ ਜੋ ਰੂਪ ਹੈ ਉਹ ਬਿਆਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਦੋਂ ਅਗਲੇ ਲਫ਼ਜ਼ਾਂ ਦੇ ਵਿੱਚੋਂ ਸ਼ੁਰੂ ਕਰਦੇ ਹਨ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹਦਾ ਮਤਲਬ ਜੋ ਇਹਨਾਂ ਸਾਰੇ ਲਫ਼ਜ਼ਾਂ ਦੇ ਵਿੱਚ ਅਸੀਂ ਜਾਣਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਹਨ। ਏਕ ਓਂਕਾਰ ਦੇ ਗੁਣ ਕੀ ਹਨ? ਸਭ ਤੋਂ ਪਹਿਲਾ ਗੁਣ ਹੈ ਸਤਨਾਮ, ਮਤਲਬ ਉਹ ਸੱਚੀ ਹੋਂਦ ਵਾਲਾ ਹੈ, ਨਾਮਣੇ ਵਾਲਾ ਹੈ। ਮਤਲਬ ਉਹਦੇ ਤੋਂ ਉੱਚਾ ਨਾਮਣਾ ਕਿਸੇ ਦਾ ਵੀ ਨਹੀਂ ਹੈ। ਬੇਸ਼ੱਕ ਹੁਣ ਦੁਨੀਆ ਦੇ ਵਿੱਚ ਅਸੀਂ ਲੀਡਰਾਂ ਦੇ ਪਿੱਛੇ ਜਾਂ ਦੂਜੇ ਹੋਰਾਂ ਲੋਕਾਂ ਦੇ ਪਿੱਛੇ ਜਾਂਦੇ ਹਾਂ ਜਿਨ੍ਹਾਂ ਨੂੰ ਥੋੜ੍ਹੇ ਬਹੁਤ ਲੋਕ ਜਾਣਦੇ ਨੇ, ਪਰ ਸਭ ਤੋਂ ਉੱਚਾ ਨਾਮਣਾ ਤੇ ਸਦਾ ਹੀ ਰਹਿਣ ਵਾਲਾ ਨਾਮਣਾ, ਜੋ ਨਾਮਣਾ ਬਿਲਕੁਲ ਸਤ ਹੈ, ਜੋ ਹੋਂਦ ਬਿਲਕੁਲ ਸਤ ਹੈ, ਉਹ ਏਕ ਓਂਕਾਰ ਹੈ। ਕਰਤਾ ਪੁਰਖ ਹੈ, ਹਮੇਸ਼ਾ ਹੀ ਕਰਤਾ ਮਤਲਬ ਹਮੇਸ਼ਾ ਹੀ ਕੁਝ ਨਾ ਕੁਝ ਕਰਦੇ ਰਹਿਣ ਵਾਲਾ, ਬਣਾਉਣ ਵਾਲਾ ਉਹ ਹੈ। ਉਹਦੀ ਕਾਰ ਵਿੱਚ ਕਦੇ ਕਮੀ ਨਹੀਂ ਆਉਂਦੀ, ਹਮੇਸ਼ਾ ਹੀ ਉਹਦੀ ਕ੍ਰੀਏਸ਼ਨ ਚਲਦੀ ਰਹਿੰਦੀ ਹੈ, ਉਸ ਕ੍ਰੀਏਸ਼ਨ ਦੇ ਵਿੱਚ ਲੱਗਾ ਰਹਿੰਦਾ ਹੈ। ਪੁਰਖ ਮਤਲਬ ਪੋਟੈਂਟ, ਕੰਪਲੀਟਲੀ ਪੋਟੈਂਟ, ਉਹ ਆਪਣੇ ਆਪ ਵਿੱਚ ਪਰਿਪੂਰਨ ਹੈ। ਐਸਾ ਕਰਤਾ ਪੁਰਖ ਹੈ ਜੋ ਪਰਿਪੂਰਨ ਹੈ, ਨਿਰਭਉ ਹੈ, ਕਿਸੇ ਨੂੰ ਡਰ ਦਿੰਦਾ ਹੀ ਨਹੀਂ। ਤੇ ਜਦੋਂ ਉਹ ਹੈ ਹੀ ਸਭ ਤੋਂ ਉੱਚੀ ਹਸਤੀ ਵਾਲਾ ਤੇ ਉਹਨੂੰ ਕੋਈ ਡਰ ਕੌਣ, ਉਹਨੂੰ ਕਿਸ ਦਾ ਡਰ ਹੋ ਸਕਦਾ ਹੈ? ਕਿਉਂਕਿ ਉਹਦੇ ਵਰਗਾ ਤੇ ਕੋਈ ਹੋਰ ਹੈ ਹੀ ਨਹੀਂ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਹੈ ਹੀ ਨਹੀਂ, ਕਿਉਂਕਿ ਸਾਰੀ ਜਿੰਨੀ ਵੀ ਇਹ ਕ੍ਰੀਏਸ਼ਨ ਹੈ, ਜਿੰਨੀ ਵੀ ਉਹਦੀ ਕੁਦਰਤ ਹੈ, ਕਿਉਂਕਿ ਉਹ ਕਾਦਰ ਹੈ ਤੇ ਕੁਦਰਤ ਉਸੇ ਦੀ ਰਚੀ ਹੋਈ ਹੈ, ਉਹਨੂੰ ਉਹਦੇ ਨਾਲ ਵੈਰ ਹੋ ਹੀ ਕਿਵੇਂ ਸਕਦਾ ਹੈ? ਔਰ ਸਾਰੀ ਜੋ ਕੁਦਰਤ ਹੈ ਉਹ ਪਿਆਰ 'ਚੋਂ ਉਪਜੀ ਹੈ। ਅਕਾਲ ਮੂਰਤ ਹੈ, ਅਕਾਲ ਦਾ ਮਤਲਬ ਜਿਹਦੇ ਉੱਤੇ ਵਕਤ ਦਾ ਕੋਈ ਅਸਰ ਨਹੀਂ ਹੈ। ਮੂਰਤ, ਉਹਦੀ ਕੋਈ ਇੱਦਾਂ ਮੂਰਤ ਨਹੀਂ ਬਣਾਈ ਜਾ ਸਕਦੀ, ਕਿਉਂਕਿ ਉਹਦੀ ਐਸੀ ਹਸਤੀ ਹੈ ਜਿਹਦੇ ਉੱਤੇ ਵਕਤ ਦਾ ਵੀ ਕੋਈ ਅਸਰ ਨਹੀਂ ਹੈ। ਨਾ ਉਹ ਆਦਿ ਤੋਂ ਵੀ ਹਮੇਸ਼ਾ ਤੋਂ ਸੀ, ਹੁਣ ਵੀ ਹੈ ਤੇ ਅੰਤ ਵਿੱਚ ਵੀ ਹਮੇਸ਼ਾ ਰਹੇਗਾ। ਉਹਦੇ ਉੱਤੇ ਇਸ ਟਾਈਮ ਦਾ, ਜਿਸ ਟਾਈਮ ਦਾ ਸਾਡੇ ਉੱਤੇ ਅਸਰ ਹੁੰਦਾ ਹੈ, ਸਾਡੇ ਤਨ ਮਨ 'ਤੇ ਅਸਰ ਹੁੰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ 'ਤੇ ਕਦੇ ਵੀ ਅਸਰ ਨਹੀਂ ਹੁੰਦਾ। ਅਜੂਨੀ ਹੈ, ਮਤਲਬ ਉਹ ਜੂਨੀਆਂ ਵਿੱਚ ਕਦੇ ਵੀ ਨਹੀਂ ਆਉਂਦਾ। ਅਸੀਂ ਜੂਨੀਆਂ ਵਿੱਚ ਆਉਂਦੇ ਹਾਂ, ਅਸੀਂ ਕਦੀ ਆਪਣੇ ਮਨ ਦੇ ਮੁਤਾਬਿਕ ਕਦੀ ਕਿਸੇ ਤਰ੍ਹਾਂ ਬਿਹੇਵ ਕਰਦੇ ਹਾਂ, ਕਦੀ ਕਿਸੇ ਤਰ੍ਹਾਂ ਸਾਡਾ ਜਿਹੜਾ ਚਾਲ ਚੱਲਣਾ ਹੈ ਉਹ ਬਦਲ ਜਾਂਦਾ ਹੈ। ਪਰ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਇੱਕ ਓਂਕਾਰ ਅਜੂਨੀ ਹੈ, ਨਾ ਉਹਦਾ ਰੂਪ ਬਦਲਦਾ ਹੈ, ਨਾ ਰੰਗ ਬਦਲਦਾ ਹੈ, ਨਾ ਉਹ ਕਿਸੇ ਆਕਾਰ ਵਿੱਚ ਹੈ, ਨਾ ਉਹ ਟਾਈਮ ਦੀ ਬੰਦਿਸ਼ ਵਿੱਚ ਹੈ। ਤੇ ਸਾਹਿਬ ਕਹਿੰਦੇ ਸੈਭੰਗ ਹੈ, ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਸਾਰਾ ਜਗਤ ਉਸੇ ਦਾ ਪ੍ਰਕਾਸ਼ ਹੈ, ਸਾਰਾ ਜਗਤ ਉਸੇ ਦੀ ਹੀ ਬਣਾਈ ਹੋਈ ਕੁਦਰਤ ਦਾ ਮੁਜੱਸਮਾ ਹੈ, ਉਹਦੇ ਵਿੱਚੋਂ ਆਪ ਰਚਿਆ ਬਸਿਆ ਹੈ। ਔਰ ਸਭ ਤੋਂ ਸੋਹਣੀ ਗੱਲ ਹੈ ਕਿ ਆਪਣੀ ਕੁਦਰਤ ਵਿੱਚ ਆਪੇ ਹੀ ਰਚਿਆ ਬਸਿਆ ਹੈ, ਇਸ ਤੋਂ ਦੂਰ ਨਹੀਂ ਹੈ। ਜੇ ਦੂਜਿਆਂ ਨੂੰ ਅਸੀਂ ਦੇਖੀਏ, ਕੋਈ ਕਾਰਪੈਂਟਰ ਹੈ ਜਾਂ ਕੋਈ ਇੰਜੀਨੀਅਰ ਹੈ, ਉਹ ਆਪਣੀ ਕਿਰਤ ਵਿੱਚ ਨਹੀਂ ਹੁੰਦੇ, ਉਹਨਾਂ ਦੀ ਕਿਰਤ ਕਿਤੇ ਹੋਰ ਹੁੰਦੀ ਹੈ। ਪੱਖੇ ਬਣਾ ਦਿੱਤੇ, ਮਸ਼ੀਨਾਂ ਬਣਾਤੀਆਂ, ਕਮਰੇ ਬਣਾਤੇ, ਦਰਵਾਜ਼ੇ ਬਣਾਤੇ, ਪਰ ਉਹਨਾਂ 'ਚ ਮੌਜੂਦ ਨਹੀਂ ਹੁੰਦੇ। ਪਰ ਅਕਾਲ ਪੁਰਖ ਵਾਹਿਗੁਰੂ ਇੱਕ ਓਂਕਾਰ ਆਪਣੀ ਕੁਦਰਤ ਵਿੱਚ ਸਦਾ ਮੌਜੂਦ ਹੈ। ਸਾਡੇ ਅੰਦਰ ਵੀ ਉਹ ਜਿਹੜਾ ਘਟ ਵਿੱਚ ਬੋਲ ਰਿਹਾ ਹੈ ਉਹ ਉਹੀ ਹੈ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੌਣ ਹੈ ਜੋ ਉਹਦੇ ਬਿਨਾ ਬੋਲਦਾ ਹੈ? ਉਹ ਰਾਮ ਹੈ, ਕਿਉਂਕਿ ਉਹ ਰਮਿਆ ਹੋਇਆ ਹੈ। ਰਾਮ ਦਾ ਮਤਲਬ ਹੈ ਰਚਿਆ ਬਸਿਆ ਹੋਇਆ। ਕਈ ਲੋਕ ਰਾਮ ਅੱਖਰ ਜੋ ਗੁਰਬਾਣੀ 'ਚ ਆਇਆ ਹੈ ਉਸ ਨੂੰ ਗਲਤ ਰੰਗਤ ਦਿੰਦੇ ਹਨ, ਉਹਦੀ ਬਹੁਤ ਗਲਤ ਵਿਆਖਿਆ ਕਰਦੇ ਹਨ। ਇਸ ਤਰ੍ਹਾਂ ਉਹ ਗੁਰਬਾਣੀ ਦੀ ਔਰ ਗੁਰੂ ਉਪਦੇਸ਼ਾਂ ਦੀ ਬੇਅਦਬੀ ਕਰਦੇ ਹਨ ਕਿ ਉਹ ਕਹਿੰਦੇ ਹਨ ਕਿ ਰਾਮ ਲਫ਼ਜ਼ ਰਾਮਚੰਦਰ ਲਈ ਆਇਆ ਹੈ, ਲੇਕਿਨ ਜਦੋਂ ਰਾਮਚੰਦਰ ਲਈ ਰਾਮ ਲਫ਼ਜ਼ ਆਇਆ ਹੈ ਗੁਰਬਾਣੀ 'ਚ, ਉਹ ਹੈ ਰੋਵੇ ਰਾਮ ਨਿਕਾਲਾ ਭਇਆ,
ਸੀਤਾ ਲਛਮਣ ਵਿਛੜ ਗਿਆ। ਸੋ ਜਦੋਂ ਰਾਮ ਹਜ਼ਾਰਾਂ ਹੀ ਵਾਰ ਗੁਰਬਾਣੀ 'ਚ ਆਉਂਦਾ ਹੈ, ਉਹ ਰਮੇ ਹੋਏ ਰਾਮ ਲਈ ਆਉਂਦਾ ਹੈ। ਮਤਲਬ ਉਹ ਨੂਰ, ਉਹ ਏਕ ਓੰਕਾਰ, ਉਹ ਰੱਬ, ਉਹ ਰਹਿਮਤ, ਉਹ ਪਰਮਾਤਮਾ ਜੋ ਸਾਰੀ ਕਾਇਨਾਤ ਵਿੱਚ ਰਚਿਆ ਬਸਿਆ ਹੈ। ਹੁਣ ਸਾਹਿਬ ਕਹਿੰਦੇ ਇਹੋ ਜਿਹਾ ਵਾਹਿਗੁਰੂ ਮਿਲਦਾ ਕਿਸ ਤਰ੍ਹਾਂ ਹੈ, ਉਸ ਦੇ ਬਾਰੇ ਸਾਨੂੰ ਸੋਝੀ ਕਿੱਥੋਂ ਮਿਲਦੀ ਹੈ, ਉਸ ਦੇ ਬਾਰੇ ਅਸੀਂ ਕਿਵੇਂ ਜਾਣ ਸਕਦੇ ਹਾਂ, ਉਸ ਨੂੰ ਕਿਵੇਂ ਮਾਣ ਸਕਦੇ ਹਾਂ? ਉਹ ਗੁਰਪ੍ਰਸਾਦ ਦੇ ਦੁਆਰਾ। ਗੁਰਪ੍ਰਸਾਦ ਹੈ ਗੁਰੂ ਦੀ ਰਹਿਮਤ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼। ਤੇ ਅਸੀਂ ਜਾਣਾਂਗੇ ਕਿ ਗੁਰੂ ਦੀ ਬਖਸ਼ਿਸ਼ ਸਾਨੂੰ ਮਿਲੇਗੀ ਕਿਵੇਂ। ਇਹ ਵੀ ਸਾਡੇ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਹਿੱਸਾ ਆਉਣ ਵਾਲੇ ਪ੍ਰੋਗਰਾਮਾਂ 'ਚ ਰਹੇਗਾ। ਤੇ ਏਕ ਓੰਕਾਰ ਦੀ ਜੋ ਵਿਆਖਿਆ ਮਹਾਰਾਜ ਬਾਰ-ਬਾਰ ਗੁਰਬਾਣੀ 'ਚ ਕਰਦੇ ਨੇ, ਕਿਉਂਕਿ ਗੁਰੂ ਜੀ ਨਾ ਤੇ 3 'ਚ ਨਾ 2 'ਚ ਉਹ ਨਹੀਂ ਬਿਲਕੁਲ ਵਿਸ਼ਵਾਸ ਕਰਦੇ ਦੇਵੀ ਦੇਵਤਿਆਂ ਦੇ ਵਿੱਚ। ਤੇ ਉਹਨਾਂ ਨੇ ਇਸ ਕਰਕੇ ਇੱਕ ਲਫ਼ਜ਼ ਜੋ ਹੈ, ਇੱਕ ਹਿੰਸਾ ਜੋ ਹੈ, ਉਹ ਸਭ ਤੋਂ ਪਹਿਲਾਂ ਲਿਖ ਦਿੱਤਾ ਆਪਣੇ ਹੀ ਹੱਥਾਂ ਦੇ ਨਾਲ, ਆਪਣੇ ਹੀ ਜੀਵਨ ਦੇ ਵਿੱਚ। ਔਰ ਇੱਕ ਚੀਜ਼ ਹੋਰ, ਗੁਰੂ ਗ੍ਰੰਥ ਸਾਹਿਬ ਵਾਹਿਦ ਇੱਕੋ ਇੱਕ ਸਾਡੇ ਐਸੇ ਗੁਰੂ ਨੇ, ਗ੍ਰੰਥ ਨੇ ਦੁਨੀਆ ਦੇ ਅੰਦਰ, ਜਿਹਨੂੰ ਇਸ ਦੇ ਬਾਨੀ ਨੇ ਖੁਦ ਤਿਆਰ ਕੀਤਾ ਹੈ, ਆਪ ਆਪਣੇ ਕਰ ਕਮਲਾਂ ਦੁਆਰਾ। ਗੁਰੂ ਅਰਜਨ ਪਾਤਸ਼ਾਹ ਜੀ ਆਪ ਜੀ ਜਾਣਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਆਪ ਨੇ ਬੰਨਿਆ ਅੰਮ੍ਰਿਤਸਰ ਦੇ ਅੰਦਰ। ਤੇ ਉੱਥੇ ਉਹ ਗੁਰਦੁਆਰਾ ਵੀ ਰਾਮਸਰ ਗੁਰਦੁਆਰਾ ਨਾਲ ਹੀ ਹੈ ਦਰਬਾਰ ਸਾਹਿਬ ਦੇ। ਬਾਈਬਲ ਜੀਸਸ ਨੇ ਨਹੀਂ ਲਿਖੀ, ਉਹਨਾਂ ਦੇ ਪੈਰੋਕਾਰਾਂ ਨੇ ਲਿਖੀ ਹੈ, ਉਹ ਮੰਨਦੇ ਨੇ, ਉਹਨਾਂ ਨੂੰ ਮੁਬਾਰਕ ਹੈ। ਇਸੇ ਤਰ੍ਹਾਂ ਕੁਰਾਨ ਮੁਹੰਮਦ ਸਾਹਿਬ ਨੇ ਨਹੀਂ ਲਿਖੀ, ਉਹਨਾਂ ਦੇ ਪੈਰੋਕਾਰਾਂ ਨੇ ਲਿਖੀ ਹੈ। ਕੋਈ ਵੀ ਗ੍ਰੰਥ ਜੋ ਦੁਨੀਆ 'ਚ ਮੌਜੂਦ ਹੈ, ਉਹ ਗੁਰਬਾਣੀ ਦੀ ਤਰ੍ਹਾਂ ਗੁਰੂ ਸਾਹਿਬਾਂ ਵੱਲੋਂ ਆਪ ਤਿਆਰ ਕੀਤਾ ਗਿਆ ਹੈ। ਇੱਦਾਂ ਦਾ ਹੋਰ ਕੋਈ ਗ੍ਰੰਥ ਕਦੇ ਵੀ ਤਿਆਰ ਨਹੀਂ ਹੋਇਆ ਅੱਜ ਤੱਕ ਦੀ ਜੋ ਧਰਮ ਗ੍ਰੰਥਾਂ ਦੀ ਜੋ ਹਿਸਟਰੀ ਹੈ, ਇਤਿਹਾਸ ਹੈ। ਸਾਹਿਬ ਨੇ ਬੜੀ ਉੱਚੀ ਆਵਾਜ਼ ਵਿੱਚ ਫਿਰ ਇਸੇ ਇੱਕ ਦਾ ਪ੍ਰਗਟਾਵਾ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਉੱਚੀ ਆਵਾਜ਼ ਵਿੱਚ ਗਾਇਆ, ਲੋਕਾਂ ਨੂੰ ਸੁਣਾਇਆ, ਪੁਜਾਰੀ ਦੀ ਕੈਦ 'ਚੋਂ ਆਜ਼ਾਦ ਕਰਵਾਇਆ। ਕਿਉਂਕਿ ਵਿਚਾਰੇ ਆਮ ਭੋਲੇ ਭਾਲੇ ਲੋਕ, ਉਹਨਾਂ ਨੂੰ ਨਹੀਂ ਸੀ ਪੜ੍ਹਨਾ ਲਿਖਣਾ ਆਉਂਦਾ, ਜਾਂ ਅੱਜ ਵੀ ਉਸ ਪਾਸੇ ਉਹ ਨਹੀਂ ਪੜ੍ਹਦੇ। ਮੈਂ ਇੱਕ ਚੀਜ਼ ਹੋਰ ਇੱਥੇ ਯਾਦ ਕਰਾ ਦਿਆਂ ਕਿ ਜਿੰਨੀਆਂ ਵੀ ਡਿਗਰੀਆਂ ਅਸੀਂ ਲੈਂਦੇ ਹਾਂ ਸੰਸਾਰ ਦੇ ਅੰਦਰ, ਅਸੀਂ ਡਾਕਟਰ ਬਣਦੇ ਹਾਂ, ਇੰਜੀਨੀਅਰ ਬਣਦੇ ਹਾਂ, ਜਾਂ ਅਸੀਂ ਮੈਨੇਜਮੈਂਟ ਵਿੱਚ ਜਾਂਦੇ ਹਾਂ, ਜਾਂ ਹੋਰ ਜਿੰਨੀਆਂ ਵੀ ਡਿਗਰੀਆਂ ਨੇ, ਉਹਨਾਂ ਨਾਲ ਸਾਨੂੰ ਆਤਮਿਕ ਗਿਆਨ ਹਾਸਲ ਨਹੀਂ ਹੁੰਦਾ। ਬਾਹਰ ਦਾ ਗਿਆਨ ਸਾਨੂੰ ਹਾਸਲ ਹੋ ਜਾਂਦਾ ਹੈ, ਲੇਕਿਨ ਉਹਦੇ ਨਾਲ ਸਾਨੂੰ ਅੰਦਰ ਦੀ ਜੋ ਸਾਡਾ ਸੰਸਾਰ ਹੈ, ਜੋ ਸਾਡੀ ਆਤਮਾ ਹੈ, ਸਾਡਾ ਮਨ ਹੈ, ਉਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂ ਮਿਲਦਾ। ਕੈਮਿਸਟਰੀ ਪੜ੍ਹਨ ਨਾਲ, ਮੈਥ ਪੜ੍ਹਨ ਦੇ ਨਾਲ, ਫਿਜ਼ਿਕਸ ਪੜ੍ਹਨ ਦੇ ਨਾਲ ਇਹ ਗਿਆਨ ਸਾਨੂੰ ਹਾਸਲ ਨਹੀਂ ਹੁੰਦਾ। ਇਹ ਗਿਆਨ ਸਾਨੂੰ ਗੁਰੂ ਤੋਂ, ਗੁਰਬਾਣੀ ਤੋਂ ਹਾਸਲ ਹੁੰਦਾ ਹੈ, ਜੋ ਸਾਡੇ ਗੁਰਾਂ ਨੇ ਸਾਡੀ ਝੋਲੀ ਪਾਇਆ ਹੈ। ਫਿਰ ਅੱਗੇ ਮਹਾਰਾਜ ਲਿਖਦੇ ਨੇ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੇ, ਜਲ ਥਲ ਮਹੀਲ ਸੋਏ। ਕਰਨ ਕਰਾਉਣ ਵਾਲਾ, ਪੈਦਾ ਕਰਨ ਵਾਲਾ, ਪਾਲਣ ਵਾਲਾ ਇੱਕੋ ਹੀ ਹੈ, ਤੇ ਜੋ ਉਹ ਕਰਦਾ ਹੈ ਹੁੰਦਾ ਉਹੀ ਹੈ। ਨਾਨਕ ਕਹਿੰਦੇ ਨੇ, ਮੈਂ ਉਸ ਤੋਂ ਬਲਿਹਾਰ ਜਾਨਾ ਵਾਂ, ਕਿਉਂਕਿ ਜਲ ਵਿੱਚ, ਥਲ ਵਿੱਚ, ਮਹੀਲ ਦਾ ਮਤਲਬ ਆਕਾਸ਼ ਵਿੱਚ, ਵੈਕਿਊਮ ਵਿੱਚ ਉਹੀ ਹੈ, ਹਰ ਥਾਂ ਉਹੀ ਉਹ ਹੈ। ਸੋ ਸਾਰੀ ਗੁਰਬਾਣੀ ਏਕ ਓੰਕਾਰ ਦੀ ਉਪਾਸਨਾ ਸਾਨੂੰ ਕਰਨੀ ਸਿਖਾਉਂਦੀ ਹੈ। ਰਹਿਤਨਾਮਿਆਂ ਦੇ ਵਿੱਚ ਵੀ ਸਾਨੂੰ ਹੁਕਮ ਮਿਲਦੇ ਨੇ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਪੂਜਾ ਅਸੀਂ ਕਿਹਦੀ ਕਰਨੀ ਹੈ? ਅਕਾਲ ਦੀ। ਕਿਵੇਂ ਕਰਨੀ ਹੈ? ਉਹਦੀ ਕੁਦਰਤ ਦੀ, ਕਾਇਨਾਤ ਦੀ, ਪਾਣੀ ਦੀ, ਹਵਾ ਦੀ, ਜ਼ਮੀਨ ਦੀ ਸੇਵਾ ਕਰਕੇ, ਇਹਨਾਂ ਦੀ ਸੰਭਾਲ ਕਰਕੇ, ਸਾਰੇ ਆਪਣੇ ਚੌਗਿਰਦੇ ਦੀ ਸੰਭਾਲ ਕਰਕੇ, ਕੁਦਰਤ ਨੂੰ ਪਿਆਰ ਕਰਕੇ। ਮਹਾਰਾਜ ਕਹਿੰਦੇ ਨੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਕੁਦਰਤ ਨੂੰ, ਚੌਗਿਰਦੇ ਨੂੰ, ਨਦੀਆਂ ਨੂੰ, ਪਾਣੀ ਨੂੰ ਪਿਆਰ ਕਰਨਾ ਹੈ। ਪਿਆਰ ਕਰਨ ਦਾ ਮਤਲਬ ਕੀ ਹੁੰਦਾ ਹੈ? ਕਿ ਇੱਜ਼ਤ ਕਰਨੀ ਹੈ, ਉਹਨਾਂ ਨੂੰ ਗੰਦਲਾ ਨਹੀਂ ਕਰਨਾ, ਬਰਬਾਦ ਨਹੀਂ ਕਰਨਾ। ਸੁਹੱਪਣ ਨੂੰ, ਕਿਉਂਕਿ ਕੁਦਰਤ ਵਿੱਚ ਸੁਹੱਪਣ ਹੀ ਫੈਲਿਆ ਹੋਇਆ। ਸਾਰੀ ਕੁਦਰਤ ਬਹੁਤ ਸੋਹਣੀ ਹੈ, ਕਿਉਂਕਿ ਇਹ ਕਾਦਰ ਦਾ ਰੂਪ ਹੈ। ਇਸ ਨੂੰ ਅਸੀਂ ਕਦੇ ਵੀ ਬਰਬਾਦ ਨਹੀਂ ਕਰਨਾ। ਜਦੋਂ ਅਸੀਂ ਇਹਨੂੰ ਬਰਬਾਦ ਨਹੀਂ ਕਰਦੇ, ਉਦੋਂ ਹੀ ਅਸੀਂ ਇਹਦੀ ਇੱਜ਼ਤ ਕਰਦੇ ਹਾਂ। ਸਾਨੂੰ ਹੁਕਮ ਹੈ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਫਿਰ ਅੱਗੋਂ ਕਹਿੰਦੇ ਨੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੇ ਅਸੀਂ ਪੁਰਖ, ਐਸੇ ਅਸੀਂ ਮਨੁੱਖ ਬਣਨਾ ਹੈ ਕਿ ਮਸ਼ੱਕਤ ਕਰਕੇ ਜਾਣੀ। ਮਸ਼ੱਕਤ ਕਿਵੇਂ ਕਰਨੀ ਹੈ? ਕੁਦਰਤ ਨੂੰ ਸੰਭਾਲ ਕੇ, ਬੱਚਿਆਂ ਨੂੰ ਸੰਭਾਲ ਕੇ, ਆਪਣੇ ਆਪ ਨੂੰ, ਆਪਣੇ ਰੂਹਾਨੀ ਜੀਵਨ ਨੂੰ ਸੰਭਾਲ ਕੇ, ਪਰਿਵਾਰਾਂ ਨੂੰ ਸੰਭਾਲ ਕੇ, ਲੋੜਵੰਦਾਂ ਨੂੰ ਸੰਭਾਲ ਕੇ ਅਸੀਂ ਇਹ ਮਸ਼ੱਕਤ ਕਰਨੀ ਹੈ। ਤਾਂ ਹੀ ਅਸੀਂ ਇੱਕ ਓਂਕਾਰ ਦੇ ਬੱਚੇ ਕਹਾਵਾਂਗੇ, ਗੁਰੂ ਦੇ ਪੁੱਤ ਕਹਿਲਾਵਾਂਗੇ, ਗੁਰਸਿੱਖ ਕਹਾਵਾਂਗੇ। ਫਿਰ ਮਹਾਰਾਜ ਅੱਗੋਂ ਸਾਨੂੰ ਕਹਿੰਦੇ ਨੇ ਅਸੀਂ ਤੂੰ ਬਣਨਾ ਹੈ, ਮੈਂ ਨੂੰ ਅਸੀਂ ਆਪਣੇ ਬਾਹਰ ਕੱਢਣਾ ਹੈ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਸੋ ਤੂੰ ਕਿੱਦਾਂ ਬਣਨਾ ਹੈ? ਅਸੀਂ ਤੂੰ ਤੂੰ ਜਪ ਕੇ ਤੂੰ ਬਣਨਾ ਹੈ। ਤੂੰ ਜਪਣਾ ਕਿਵੇਂ ਹੈ? ਉਹ ਜਿੰਨੇ ਗੁਣ ਅਸੀਂ ਉੱਤੇ ਪੜ੍ਹ ਕੇ ਆਏ ਹਾਂ, ਉਹ ਸਾਰੇ ਗੁਣਾਂ ਨੂੰ ਅਸੀਂ ਆਪਣੇ ਜੀਵਨ 'ਚ ਲਾਗੂ ਕਰਨਾ ਹੈ। ਅਸੀਂ ਵੀ ਸੱਚੇ ਨਾਮਣੇ ਵਾਲੇ ਬਣਨਾ। ਕਿਵੇਂ? ਗੁਰੂ ਦੇ ਬਣ ਕੇ, ਅਕਾਲ ਪੁਰਖ ਦੇ ਬਣ ਕੇ। ਜਦੋਂ ਬੱਚੇ ਪੈਦਾ ਹੋਇਆ ਕਰਨ ਨਾ ਘਰ ਦੇ ਵਿੱਚ, ਤੇ ਉਹਨਾਂ ਨੂੰ ਆਪਣੇ ਨਾ ਕਿਹਾ ਕਰੀਏ, ਕਹੀਏ ਇਹ ਗੁਰੂ ਦੇ ਲਾਲ ਨੇ, ਧੀਆਂ ਨੇ ਜਾਂ ਪੁੱਤ ਨੇ, ਕਹਿ ਕੇ ਦੇਖੀਏ ਤੇ ਉਹ ਗੁਰੂ ਦੇ ਹੀ ਰਹਿਣਗੇ। ਫਿਰ ਆਪਣਾ ਘਰ ਵੀ ਅਸੀਂ ਇੱਦਾਂ ਦਾ ਬਣਾਈਏ ਕਿ ਜਿੱਥੇ ਗੁਰੂ ਮਾਣ ਮਹਿਸੂਸ ਕਰੇ, ਜਿੱਥੇ ਗੁਰੂ ਦੀ ਸਿੱਖਿਆ ਚੱਲ ਸਕੇ, ਸੱਚਾਈ ਚੱਲ ਸਕੇ, ਮੁਹੱਬਤ ਚੱਲ ਸਕੇ। ਐਸਾ ਘਰ ਆਪਣਾ ਬਣਾਈਏ ਤਾਂ ਕਿ ਸਾਡੇ ਬੱਚੇ ਗੁਰੂ ਦੇ ਲਾਲ ਬਣ ਕੇ ਜਿਉਣ। ਫਿਰ ਉਹ ਸੱਚੇ ਨਾਮਣੇ ਵਾਲੇ ਹੋਣਗੇ। ਸਾਹਿਬਜ਼ਾਦੇ ਦੁਨੀਆ ਤੇ ਨਹੀਂ ਨੇ, ਉਹ ਗੁਰੂ ਦੇ ਸੀ ਨਾ। ਸਿਰਫ ਇਹ ਨਹੀਂ ਕਿ ਉਹਨਾਂ ਦੇ ਬਿੰਦੀ ਪੁੱਤਰ ਸੀ, ਪਰ ਉਹਨਾਂ ਦਾ ਹੀ ਰੂਪ ਸੀ। ਇੰਨੀ ਛੋਟੀ ਉਮਰੇ ਵੀ ਉਹਨਾਂ ਨੇ ਐਡੀ ਵੱਡੀ ਸਲਤਨਤ ਨੂੰ ਬੜਾ ਵੱਡਾ ਚੈਲੰਜ ਦਿੱਤਾ, ਵੰਗਾਰਿਆ, ਤੇ ਉਹ ਅੱਜ ਵੀ ਉਸੇ ਤਰ੍ਹਾਂ ਜਿਉਂਦੇ ਨੇ। ਉਹ ਕਿਤੇ ਵੀ ਨਹੀਂ ਗਏ। ਸਾਡੇ ਦਿਲ 'ਚ, ਸਾਡੇ ਦਿਮਾਗ 'ਚ ਘਰ ਕਰਕੇ ਬੈਠੇ ਨੇ। ਉਹ ਸਾਡੇ ਬਾਬੇ ਨੇ, ਉਹ ਸਾਡੇ ਰੋਲ ਮਾਡਲ ਨੇ, ਉਹ ਸਾਡੇ ਹੀਰੋਜ਼ ਨੇ। ਉਹ ਕੋਈ ਬਾਲ ਦਿਵਸ ਨਹੀਂ ਨੇ। ਇਹਨਾਂ ਨੂੰ ਨਕਾਰਨਾ ਚਾਹੀਦਾ ਹੈ ਔਰ ਫਿਟਕਾਰ ਪਾਉਣੀ ਚਾਹੀਦੀ ਹੈ ਜੋ ਸਾਡੇ ਬਾਬਿਆਂ ਦੀ ਸ਼ਹਾਦਤ ਨੂੰ ਇੱਕ ਵੀਰ ਬਾਲ ਦਿਵਸ ਦਾ ਨਾਂ ਦੇ ਰਹੇ ਹਨ। ਕਿੰਨੀ ਜ਼ਿਆਦਾ ਇਹ ਬੇਈਮਾਨੀ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ। ਨਾ ਕੋਈ ਉਦੋਂ ਇੱਦਾਂ ਦਾ ਭਾਰਤ ਨਾਂ ਦਾ ਦੇਸ਼ ਸੀਗਾ, ਨਾ ਕੋਈ ਇੱਦਾਂ ਦਾ ਧਰਮ ਸੀ। ਮਹਾਰਾਜੇ ਬਹੁਤ ਸੀ, ਪਰ ਕੋਈ ਸੱਚ ਹੱਕ ਲਈ ਨਹੀਂ ਖਲੋਤਾ ਗੁਰੂ ਦੇ ਲਾਲਾਂ ਤੋਂ ਬਗੈਰ। ਉਹ ਸੱਚ ਹੱਕ ਲਈ ਲੜੇ, ਉਹ ਆਪਣੇ ਵੀਰਾਂ ਦੇ ਲਈ ਲੜੇ। ਉਹ ਗੁਰੂ ਦੇ ਧਰਮ ਨੂੰ, ਗੁਰੂ ਦਾ ਧਰਮ ਕੀ ਹੈ? ਸਰਬ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹ ਉਸ ਸੱਚੇ ਧਰਮ ਲਈ ਕੁਰਬਾਨ ਹੋਏ। ਉਹ ਉਸ ਸੱਚੀ ਸ਼ਖਸੀਅਤ ਲਈ ਕੁਰਬਾਨ ਹੋਏ ਜੋ ਉਹਨਾਂ ਦੇ ਬਾਪ ਦਾਦਿਆਂ ਦੀ ਸੀ। ਸੋ ਸਾਨੂੰ ਇਹ ਮਾਣ ਦੇ ਨਾਲ ਔਰ ਬੜੀ ਜੁਰਤ ਨਾਲ ਦੱਸਣਾ ਚਾਹੀਦਾ ਹੈ ਇਹਨਾਂ ਬੇਈਮਾਨਾਂ ਨੂੰ ਕਿ ਉਹ ਸਾਡੇ ਬਾਬੇ ਨੇ। ਉਹਨਾਂ ਦੀ ਉੱਚੀ ਸੁੱਚੀ ਸ਼ਹੀਦੀ ਨੂੰ, ਉਹ ਕੋਈ ਬਾਲ ਨਹੀਂ ਸਨ, ਅਸੀਂ ਉਹਨਾਂ ਨੂੰ ਬਾਬੇ ਕਹਿੰਦੇ ਹਾਂ। ਬਾਬੇ ਕਿਉਂ ਬਣੇ? ਕਿ ਉਹ ਇੱਕ ਓਂਕਾਰ ਦਾ ਰੂਪ ਨੇ। ਅਸੀਂ ਵੀ ਇੱਕ ਓਂਕਾਰ ਦਾ ਰੂਪ ਬਣਨਾ। ਫਿਰ ਸਾਹਿਬ ਕਹਿੰਦੇ ਨੇ, ਸਾਨੂੰ ਸਮਝਾਉਂਦੇ ਨੇ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਬਾਰ-ਬਾਰ ਇੱਕ ਦੀ ਗੱਲ, ਤੌਹੀਦ ਦੀ ਗੱਲ ਪੱਕੀ ਕਰਾਉਂਦੇ ਨੇ। ਅਲਾਮਾ ਇਕਬਾਲ ਨੇ ਇੱਕ ਬੜਾ ਸੋਹਣਾ ਸ਼ੇਅਰ ਲਿਖਿਆ, लो फिर उठी सदा तौहीद की पंजाब से, हिंद को एक मर्दे कामिल ने जगाया ख्वाब से। ਉੱਥੇ ਕੌਣ ਜਾਗਦਾ ਸੀ? ਉੱਥੇ ਇੰਨੇ ਜੋਗੀ, ਇੰਨੇ ਮੌਲਾਣੇ, ਇੰਨੇ ਬਾਹਮਣ ਇਹ ਤੁਰੇ ਫਿਰਦੇ ਸੀ ਲੋਕਾਂ ਦਾ ਘਾਣ ਕਰਕੇ। ਮਹਾਰਾਜ ਨੇ ਅੰਕਿਤ ਕੀਤਾ ਹੈ ਬਾਣੀ 'ਚ ਕਿ ਹਾਲਾਤ ਕੀ ਸੀ। ਬਾਹਮਣ ਨਹਾਵੇ ਜੀਆਂ ਘਾਏ, ਪਹਿਲਾਂ ਕਹਿੰਦੇ ਨੇ ਕਾਦੀ ਕੂੜ ਬੋਲ ਮਲ ਖਾਏ। ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਤੇ ਇਹਨਾਂ ਤਿੰਨਾਂ ਨੂੰ ਨਕਾਰਿਆ ਮਹਾਰਾਜ ਨੇ, ਇਹਨਾਂ ਤਿੰਨਾਂ ਨੂੰ ਨਕਾਰਿਆ, ਕਿਉਂਕਿ ਇਹ ਕੁਦਰਤ ਜੋ ਕਾਦਰ ਦੀ ਕੁਦਰਤ ਹੈ, ਜੋ ਖਲਕਤ ਹੈ, ਕਾਇਨਾਤ ਹੈ, ਉਸ ਦੀ ਇਹ ਤਬਾਹੀਆਂ 'ਚ ਲੱਗੇ ਹੋਏ ਹਨ। ਉਹਨਾਂ ਦਾ ਖੂਨ ਚੂਸ ਰਹੇ ਹਨ। ਵੇਖੋ, ਬਾਹਮਣ ਨਹਾਵੇ ਜੀਆਂ ਘਾਏ, ਜੀਆਂ ਨੂੰ ਮਾਰ ਕੇ ਉਹਦੇ ਖੂਨ 'ਚ ਨਹਾਉਂਦਾ ਹੈ। ਕਾਦੀ ਝੂਠ ਬੋਲ ਕੇ ਮਲ ਖਾਂਦਾ ਹੈ, ਕਿਉਂਕਿ ਝੂਠੇ ਮੁਕੱਦਮਿਆਂ 'ਚ ਲੋਕਾਂ ਨੂੰ ਫਸਾ ਕੇ। ਸਾਹਿਬਜ਼ਾਦਿਆਂ ਦਾ ਕਿਹੜਾ ਮੁਕੱਦਮਾ ਸੀ? ਤੇ ਉਹ ਬਚ ਹੀ ਜਾਂਦੇ। ਜੇ ਸੁੱਚਾ ਨੰਦ ਬੇਈਮਾਨ ਉਹਨਾਂ ਨੂੰ ਨਾ ਕਹਿੰਦਾ ਕਿ ਉਹ ਸੱਪ ਦੇ ਬੱਚੇ ਹਨ। ਉਹਨੇ ਕਿਹਾ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ, ਇਹਨਾਂ ਨੂੰ ਮਾਰ ਦਿਓ। ਤੇ ਫਿਰ ਮਾਰਿਆ ਵੀ ਕਿੱਦਾਂ? ਨੀਹਾਂ 'ਚ ਚਿਣ ਕੇ। ਸੋ ਯਾਦ ਰੱਖੀਏ। ਫਿਰ ਸਾਹਿਬ ਕਹਿੰਦੇ ਨੇ, ਸਾਰੀ ਬਾਣੀ 'ਚ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ।
इक्को ही बाणी है, सतगुर की बाणी, वाह वाह बाणी निरंकार है। देखो सानू याद रखना है कि निरंकार दे दर्शन करने ਹਨ ਤੇ ਗੁਰਬਾਣੀ ਨੂੰ महसूस करना पेगा, रंग मानना पेगा, प्यार करना पेगा ਤੇ ਇਹਦੇ ਵਿੱਚੋਂ ਸੁਖ ਨੂੰ, ਪਿਆਰ ਨੂੰ, ਰਸ ਨੂੰ, ਆਨੰਦ ਨੂੰ ਜਦੋਂ ਤੁਸੀਂ ਹਾਸਲ ਕਰ ਲਿਆ, ਤੁਸੀਂ ਇੱਕ ਓਂਕਾਰ ਦੇ ਦਰਸ਼ਨ ਕਰ ਲਏ। ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਗੁਰਬਾਣੀ ਵਰਗੀ ਹੋਰ ਕੋਈ ਚੀਜ਼ ਹੈ ਹੀ ਨਹੀਂ, ਇਸ ਕਰਕੇ ਉਹਨੂੰ ਗੁਰਬਾਣੀ ਕਿਹਾ ਹੈ। ਗੁਰੂ ਦੇ ਮੁਖ ਚੋਂ ਨਿਕਲੀ ਹੈ। ਕਦੋਂ? ਜਦੋਂ ਮਹਾਰਾਜ ਹਰ ਵਕਤ ਬਾਣੀ ਨਹੀਂ ਲਿਖਦੇ ਸੀ, ਬਾਣੀ ਉਤਰਦੀ ਸੀ ਤੇ ਪੰਜਾਬ ਦੀ ਉਸ ਮੁਬਾਰਕ ਧਰਤੀ ਦੇ ਉੱਤੇ 4 ਸਦੀਆਂ ਬਾਣੀ ਉਤਰਦੀ ਰਹੀ ਹੈ। ਫਿਰ ਅਸੀਂ ਕਹਿਣਾ ਹੈ, ਹਮੇਸ਼ਾ ਯਾਦ ਰੱਖਣਾ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਅਸੀਂ ਸਾਰੇ ਇੱਕ ਹਾਂ, ਕਾਇਨਾਤ ਸਾਰੀ ਇੱਕ ਹੈ, ਕੁਦਰਤ ਇੱਕ ਹੈ, ਰੱਬ ਇੱਕ ਹੈ। ਇਸ ਤਰ੍ਹਾਂ ਇੱਕ ਦੇ ਨਾਲ ਜੁੜਨਾ ਹੈ ਤੇ ਆਉਣ ਵਾਲੇ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਆਪ ਜੀ ਨੂੰ ਅਗਲੀਆਂ ਕੜੀਆਂ ਦੇ ਨਾਲ ਇਸੇ ਤਰ੍ਹਾਂ ਜੋੜਾਂਗੇ। ਇੱਕ ਓਂਕਾਰ ਦੇ ਨਾਲ ਕਿਸ ਤਰ੍ਹਾਂ ਜੁੜਨਾ ਹੈ, ਗੁਰਬਾਣੀ ਦੇ ਰਸਤੇ ਜੁੜਨਾ ਹੈ, ਗੁਰਬਾਣੀ ਦੀ ਵਿਆਖਿਆ ਕਰਾਂਗੇ, ਗੁਰੂ ਦੀ ਵਿਆਖਿਆ ਕਰਾਂਗੇ ਤੇ ਪਰਤ ਦਰ ਪਰਤ ਜੋ ਖੋਲ ਕੇ ਇਹਨਾਂ ਪਰਤਾਂ ਨੂੰ ਗੁਰਬਾਣੀ ਦੇ ਗਹਿਰੇ ਸਾਗਰ ਵਿੱਚੋਂ ਚੁੱਭੀਆਂ ਲਾ ਕੇ ਅਸੀਂ ਆਪਣੇ ਤਨ, ਮਨ ਤੇ ਸੁਰਤ ਨੂੰ ਠੰਡਾ ਕਰਾਂਗੇ, ਅਡੋਲ ਕਰਾਂਗੇ, ਤਾਕਤਵਰ ਕਰਾਂਗੇ, ਸਬਲ ਕਰਾਂਗੇ ਤੇ ਯਾਦ ਰੱਖਾਂਗੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪੋ ਕਿਹਾ ਕਾੜਾ ਜੀਓ। ਅਗਲੀ ਕੜੀ 'ਚ ਅਸੀਂ ਮਿਲਦੇ ਹਾਂ ਜੀ, ਇੱਕ ਹੋਰ ਐਪੀਸੋਡ ਲੈ ਕੇ, ਉਹ ਗੁਰਬਾਣੀ ਤੇ ਹੋਏਗਾ ਤੇ ਉਦੋਂ ਤੱਕ ਆਗਿਆ ਦਿਓ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।